ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰਿਆਂ ਨੇ ਅਕਸਰ ਅੰਮ੍ਰਿਤਸਰ ਸਿਫਤੀ ਦਾ ਘਰ ਸ਼ਬਦ ਸਰਵਣ ਕੀਤਾ ਹੋਣਾ, ਖਾਸ ਤੌਰ 'ਤੇ ਦਰਬਾਰ ਸਾਹਿਬ 'ਚੋਂ ਹਜ਼ੂਰੀ ਰਾਗੀ ਸਾਹਿਬਾਨ ਦੀ ਸੁਰੀਲੀ ਆਵਾਜ਼ ਦੇ ਵਿੱਚ। ਇਹ ਤੁਕਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਲਿੱਤੀਆਂ ਗਈਆਂ ਨੇ। ਲੇਕਿਨ ਮੈਂ ਹੁਣ ਅੱਜ ਕੱਲ੍ਹ ਇੰਟਰਨੈਟ ਦੇ ਉੱਪਰ ਤੁਸੀਂ ਖੋਜ ਕਰ ਸਕਦੇ ਹੋ, ਸਰਚ ਕਰ ਸਕਦੇ ਹੋ, ਤਾਂ ਮੈਂ ਦੇਖਣਾ ਚਾਹਿਆ ਕਿ ਵੀ ਇਹ ਤੁਕਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਕਿਹੜੇ 'ਤੇ ਆਉਂਦੀਆਂ ਨੇ ਅਤੇ ਕਿਹੜੇ ਗੁਰੂ ਸਾਹਿਬਾਨ ਨੇ ਇਹਨਾਂ ਦੀ ਰਚਨਾ ਕੀਤੀ ਹੈ। ਸੋ ਉਸ ਦੇ ਵਿੱਚ ਇਹ ਜਿਹੜੀਆਂ ਤੁਕਾਂ ਲੱਭੀਆਂ ਔਰ ਮੈਨੂੰ ਥੋੜ੍ਹਾ ਜਿਹਾ ਇਸ ਵਿੱਚ ਤਾਜੁਬ ਜਾਂ ਹੈਰਾਨੀ ਵੀ ਹੋਈ। ਤੁਕਾਂ ਜਿਹੜੀਆਂ ਆਈਆਂ ਉਹ ਅੰਗ 1412 ਲਾਈਨ ਨੰਬਰ 11 ਦੇ ਵਿੱਚ ਆਈਆਂ ਔਰ ਤੁਕਾਂ ਇਹ ਨੇ ਮਹੱਲੇ ਤੀਜੇ ਦੀਆਂ, ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਔਰ ਇੱਕਦਮ ਮੈਂ ਕਿਹਾ ਕਿ ਇਹ ਲਾਹੌਰ ਸ਼ਹਿਰ ਦੇ ਬਾਰੇ ਲਿਖਿਆ ਹੈ। ਔਰ ਮੈਂ ਇਹ ਵੀ ਸੋਚਣ ਦੀ ਕੋਸ਼ਿਸ਼ ਕੀਤੀ ਕਿ ਵੀ ਸ਼ਾਇਦ ਗੁਰੂ ਮਹਾਰਾਜ ਨੇ ਇਹ ਕਿਹਾ ਕਿ ਲਾਹੌਰ ਤਾਂ ਸ਼ਹਿਰ ਹੈ ਔਰ ਅੰਮ੍ਰਿਤਸਰ ਸਿਫਤੀ ਦਾ ਘਰ ਹੈ, ਕਿ ਦੋਨਾਂ ਸ਼ਹਿਰਾਂ ਨੂੰ ਇੱਕ ਤਰ੍ਹਾਂ ਕੰਪੇਅਰ ਕੀਤਾ, ਤੁਲਨਾ ਕੀਤੀ ਗਈ ਹੈ। ਲੇਕਿਨ ਡੂੰਘਾਈ ਨਾਲ ਸੋਚਿਆ ਤਾਂ ਦੇਖਿਆ ਕਿ ਇਹ ਤਾਂ ਤੀਜੇ ਮਹੱਲੇ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੀ ਰਚਨਾ ਹੈ ਔਰ ਅੰਮ੍ਰਿਤਸਰ ਸ਼ਹਿਰ ਦਾ ਨੀਂਹ ਪੱਥਰ ਤਾਂ ਚੌਥੇ ਪਾਤਸ਼ਾਹੀ ਸਾਹਿਬ ਗੁਰੂ ਰਾਮਦਾਸ ਜੀ ਨੇ ਰੱਖਿਆ। ਸੋ ਇਹ ਜਿਹੜਾ ਤੁਕਾਂ ਨੇ, ਤੁਕਾਂ ਤੀਜੇ ਮਹੱਲੇ ਦੀਆਂ ਅੰਗ 1412 ਲਾਈਨ 11 ਦੇ ਵਿੱਚ, ਉਹ ਨੇ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਤੋ ਇੰਝ ਜਾਪਦਾ ਹੈ ਜਿਵੇਂ ਤੀਜੇ ਪਾਤਸ਼ਾਹ ਨੇ ਲਾਹੌਰ ਸ਼ਹਿਰ ਨੂੰ ਅੰਮ੍ਰਿਤ ਦਾ ਸਰੋਵਰ, ਅੰਮ੍ਰਿਤ ਦਾ ਕੁੰਜ, ਪੂਲ ਆਫ ਐਂਬਰੋਇਸਲ ਨੈਕਟਰ ਇਹ ਦੱਸਿਆ ਹੈ। ਹੁਣ ਆਪਾਂ ਕਹੀਏ ਕਿ ਲਾਹੌਰ ਤਾਂ ਪਾਕਿਸਤਾਨ 'ਚ ਹੈ, ਲੇਕਿਨ ਆਪਾਂ ਗੱਲਾਂ ਕਰ ਰਹੇ ਹਾਂ ਉਦੋਂ ਦੀਆਂ ਜਦੋਂ ਨਨਕਾਣਾ ਸਾਹਿਬ, ਪੰਜਾ ਸਾਹਿਬ, ਕਰਤਾਰਪੁਰ ਸਾਹਿਬ ਇਹ ਸਾਰਾ ਇੱਕ ਦੇਸ਼ ਦਾ ਹਿੱਸਾ ਸੀ। ਸੋ ਮਾफ़ੀ ਚਾਹਾਂਗਾ ਜੇ ਮੈਂ ਇਸ ਦੇ ਵਿੱਚ ਕੋਈ ਗਲਤੀ ਕੀਤੀ ਹੋਵੇ, ਪਰ ਜਿਹੜੀਆਂ ਤੁਕਾਂ ਨੇ ਉਹ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ ਵਰਦੀ ਆਫ ਪ੍ਰੇਜ਼। ਜਿੰਨੀ ਸ਼ਲਾਘਾ ਉਪਮਾ ਕੀਤੀ ਜਾਵੇ ਲਾਹੌਰ ਸ਼ਹਿਰ ਬਾਰੇ ਤੀਜੇ ਪਾਤਸ਼ਾਹ ਨੇ ਲਿਖਿਆ ਹੈ। ਇਸ ਤੋਂ ਬਾਅਦ ਜਿਗਿਆਸਾ ਉਤਪੰਨ ਹੋਈ ਕਿ ਇਸ ਤੋਂ ਇਲਾਵਾ ਵੀ ਲਾਹੌਰ ਸ਼ਹਿਰ ਦਾ ਵਰਣਨ ਜਾਂ ਜ਼ਿਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦਾ ਹੈ ਕਿ ਨਹੀਂ। ਔਰ ਇਹ ਤੁਕਾਂ ਲੱਭੀਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1412 'ਤੇ ਔਰ ਲਾਈਨ ਨੰਬਰ 10, ਯਾਨੀ ਕਿ ਪਿਛਲੀਆਂ ਤੁਕਾਂ ਤੋਂ ਇੱਕ ਲਾਈਨ ਪਹਿਲੇ ਮਹੱਲੇ ਪਹਿਲੇ ਦੀ ਇਹ ਤੁਕ ਹੈ, ਯਾਨੀ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਤੁਕ, ਉਹਨਾਂ ਦੀ ਰਚਨਾ। ਔਰ ਇੱਕ ਲਾਈਨ ਦੇ ਵਿੱਚ ਇਹ ਲਿਖਿਆ ਹੈ ਗੁਰੂ ਮਹਾਰਾਜ ਨੇ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਬਾਬਰ ਨੇ ਜਦੋਂ ਹਿੰਦੁਸਤਾਨ 'ਤੇ ਹਮਲਾ ਬੋਲਿਆ 1526 ਦੇ ਵਿੱਚ, ਉਸ ਵਕਤ ਬੈਟਲ ਆਫ ਪਾਣੀਪਤ, ਪਾਣੀਪਤ ਦੀ ਪਹਿਲੀ ਜਿਹੜੀ ਲੜਾਈ ਹੈ ਉਹ ਹੋਈ, ਅਤੇ ਦਿੱਲੀ ਦੇ ਤਖਤ 'ਤੇ ਲੋਧੀ ਸੁਲਤਾਨ ਇਬਰਾਹਿਮ ਲੋਧੀ ਉਹਦਾ ਕਬਜ਼ਾ ਸੀ। ਔਰ ਉਸ ਤੋਂ ਪਹਿਲਾਂ ਬਾਬਰ ਨੇ ਲਾਹੌਰ ਦੇ ਉੱਪਰ ਕਬਜ਼ਾ ਕਰਨ ਵਾਸਤੇ 2-3 ਕੋਸ਼ਿਸ਼ਾਂ ਕੀਤੀਆਂ ਔਰ ਸੂਬਾ ਪੰਜਾਬ ਦਾ ਉਸ ਵੇਲੇ ਗਵਰਨਰ ਜਾਂ ਸੂਬੇਦਾਰ ਦੌਲਤ ਖਾਨ ਲੋਧੀ ਸੀ। 1523 ਅਤੇ 24 ਦੇ ਵਿੱਚ ਇਹ ਕੋਸ਼ਿਸ਼ਾਂ ਬਾਬਰ ਨੇ ਕੀਤੀਆਂ ਔਰ ਦੌਲਤ ਖਾਨ ਲੋਧੀ ਕਦੇ ਆਪਣੇ ਸੁਲਤਾਨ ਨੂੰ ਛੱਡ ਕੇ ਬਾਬਰ ਦੇ ਨਾਲ ਸ਼ਾਮਲ ਹੋ ਗਿਆ, ਫਿਰ ਬਾਬਰ ਪਰਤਿਆ ਤਾਂ ਛੱਡ ਕੇ ਦੂਜੇ ਪਾਸੇ ਚਲਾ ਗਿਆ। ਔਰ ਇਹ ਕਿਹਾ ਜਾਂਦਾ ਹੈ ਕਿ ਜਨਵਰੀ 1524 ਦੇ ਅੱਧ ਦੇ ਵਿੱਚ ਬਾਬਰ ਨੇ 3-4 ਦਿਨ ਲਾਹੌਰ ਸ਼ਹਿਰ ਦੀ ਇੱਟ ਨਾਲ ਇੱਟ ਖੜਕਾ ਦਿੱਤੀ, ਉਹਨੂੰ ਸਮਝੋ ਕਿ ਜਲਾ ਕੇ ਰਾਖ ਕਰ ਦਿੱਤਾ। ਔਰ ਇਹੀ ਤੁਕਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ
ਲਿਖੀਆਂ ਨੇ। ਤਤਕਾਲੀਨ ਵਰਣਨ ਕਹਿ ਲਓ, ਕੰਟੈਂਪਰੇਨੀਅਸ ਅਕਾਊਂਟ। ਔਰ ਗੁਰੂ ਮਹਾਰਾਜ ਲਿਖਦੇ ਨੇ ਪਹਿਲੇ ਮਹੱਲੇ ਦੇ ਵਿੱਚ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਮਤਲਬ ਸਵਾ ਪਹਿਰ 4 ਘੰਟੇ ਉਸ ਲਾਹੌਰ ਸ਼ਹਿਰ ਦੀ ਇੱਟ ਦੇ ਨਾਲ ਇੱਟ ਖੜਕਾ ਦਿੱਤੀ ਬਾਬਰ ਨੇ, ਔਰ ਇਹ ਜ਼ਿਕਰ ਆਉਂਦਾ ਹੈ। ਸੋ ਇਸ ਤਰ੍ਹਾਂ ਜੇ ਦੇਖੀਏ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਲਾਹੌਰ ਸ਼ਹਿਰ ਦਾ ਵਰਣਨ 2 ਤੁਕਾਂ ਦੇ ਵਿੱਚ ਆਉਂਦਾ ਹੈ। ਅੰਗ 1412, ਲਾਈਨ ਨੰਬਰ 10 ਤੇ 11, ਪਹਿਲੇ ਵਾਲੀ ਗੁਰੂ ਨਾਨਕ ਪਾਤਸ਼ਾਹ ਦੀ ਤੁਕ ਜਿਹੜੀ ਆਪਾਂ ਹੁਣੇ ਗੱਲ ਕੀਤੀ ਹੈ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਤੇ ਦੂਜੀ ਤੁਕ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਦੀ ਤੀਜੇ ਪਾਤਸ਼ਾਹੀ ਦੀ, ਉਹ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਕਰ। ਅੱਗੇ ਚੱਲ ਕੇ ਦੇਖਦੇ ਹਾਂ ਕਿ ਅੰਮ੍ਰਿਤਸਰ ਸ਼ਹਿਰ ਦਾ ਵਰਣਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਸ ਤਰ੍ਹਾਂ ਆਉਂਦਾ ਹੈ। ਅੰਮ੍ਰਿਤਸਰ ਜਾਂ ਰਮਦਾਸਪੁਰ ਜਿਵੇਂ ਆਖਿਆ ਗਿਆ ਹੈ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 617 ਤੇ ਮਹੱਲੇ ਪੰਜਵੇਂ ਦੀਆਂ ਤੁਕਾਂ ਆਉਂਦੀਆਂ ਨੇ। ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਰਚਨਾ। ਤੁਕਾਂ ਕੀ ਨੇ? ਰਾਖਨਹਾਰ ਅਪਾਰ ਪ੍ਰਭ ਤਾਕੀ ਨਿਰਮਲ ਸੇਵ, ਰਾਮ ਰਾਜ ਰਾਮਦਾਸਪੁਰ ਕੀਨੇ ਗੁਰਦੇਵ। ਰਾਖਨਹਾਰ ਅਪਾਰ ਪ੍ਰਭ, the God, the Lord, is the unparalleled, unsurpassed, peerless protector, savior, the ultimate savior. ਰਾਖਨਹਾਰ ਅਪਾਰ ਪ੍ਰਭ ਤਾਕੀ ਨਿਰਮਲ ਸੇਵ, ਉਸ ਦੀ ਜਿਹੜੀ ਸੇਵਾ ਹੈ ਉਹ ਨਿਰਮਲ, ਪਿਓਰ ਐਂਡ ਇਮੈਕੂਲੇਟ ਇਜ਼ ਦੀ ਸਰਵਿਸ ਆਫ ਦੀ ਲਾਰਡ ਹੂ ਇਜ਼ ਦੀ ਅਲਟੀਮੇਟ ਪ੍ਰੋਟੈਕਟਰ। ਇਹ ਤਾਂ ਪਹਿਲੀ ਤੁਕ ਆ ਗਈ। ਅਗਲੀ ਤੁਕ ਕੀ ਕਹਿੰਦੇ ਨੇ? ਰਾਮ ਰਾਜ ਰਾਮਦਾਸਪੁਰ ਕੀਨੇ ਗੁਰਦੇਵ। ਵਾਹ ਵਾਹ ਵਾਹ। The divine Guru has built the city of Ramdaspur, the royal domain of the Lord. ਸੋ ਅੰਮ੍ਰਿਤਸਰ ਸ਼ਹਿਰ ਨੂੰ ਜਿਹੜਾ ਕਿ ਚੌਥੇ ਪਾਤਸ਼ਾਹੀ ਨੇ ਇਹਦਾ ਨੀਂਹ ਪੱਥਰ ਰੱਖਿਆ, ਉਸ ਨੂੰ ਪੰਜਵੇਂ ਪਾਤਸ਼ਾਹ ਨੇ ਕੀ ਕਿਹਾ? ਰਮਦਾਸਪੁਰ। ਚੌਥੇ ਪਾਤਸ਼ਾਹ ਨੂੰ ਉਹ ਗੁਰਦੇਵ, ਉਹਨਾਂ ਦੇ ਆਪਣੇ ਜਿਹੜੇ ਗੁਰੂ ਨੇ, ਦੇ ਫੋਰਥ ਨਾਨਕ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ। ਰਾਮ ਰਾਜ ਰਾਮਦਾਸਪੁਰ ਕੀਨੇ ਗੁਰਦੇਵ, ਮਤਲਬ ਕਿ ਚੌਥੇ ਪਾਤਸ਼ਾਹੀ ਨੇ, the divine Guru has built the city of Ramdaspur and it is the royal domain of the Lord. ਕੱਲਾ ਅੰਮ੍ਰਿਤਸਰ ਕੁੰਜ ਜਾਂ ਸਰੋਵਰ ਹੀ ਨਹੀਂ, ਇਹ ਉਹ ਸ਼ਹਿਰ ਹੈ ਜਿੱਥੇ ਅਕਾਲ ਪੁਰਖ ਨਿਰੰਕਾਰ ਦਾ ਰਾਜ ਹੈ। ਸੋ ਇਤਨੀ ਉਪਮਾ ਰਮਦਾਸਪੁਰ ਜਾਂ ਅੰਮ੍ਰਿਤਸਰ ਦੀ ਦੱਸੀ ਗਈ ਹੈ। ਇੱਕ ਹੋਰ ਤੁਕ ਵੀ ਹੈ ਜਿਹਦਾ ਆਪਾਂ ਅੱਗੇ ਚੱਲ ਕੇ ਵਰਣਨ ਕਰਾਂਗੇ। ਇਸ ਤੋਂ ਇਲਾਵਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1362 ਮਹੱਲੇ ਪੰਜਵੇਂ ਦੇ ਵਿੱਚ, ਯਾਨੀ ਕਿ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਇਹ ਰਚਨਾ ਹੈ। ਔਰ ਤੁਕਾਂ ਲਾਈਨ 11 ਤੇ 12 ਦੇ ਉੱਪਰ ਆਉਂਦੀਆਂ ਨੇ। ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰੇ ਹਾਂ ਨਾਨਕ ਕਸਮਲ ਜਾਏ ਨਾਈਏ ਰਾਮਦਾਸ ਸਰ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਬਸਤੀ ਨਹੀਂ, ਵਰਡ ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ। Ramdaspur is prosperous and thickly populated and incomparably beautiful. ਅਪਾਰ, ਅਨੂਪ, ਵਸਦੀ, ਜਿਵੇਂ ਕਹਿੰਦੇ ਬੜੀ ਸੰਘਣੀ ਆਬਾਦੀ ਹੈ। ਸੋ ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰੇ ਹਾਂ ਓ ਲਾਰਡ ਨਾਨਕ ਕਸਮਲ ਜਾਏ, bathing in the sacred pool of Ramdas, all the sins are washed away. Nanak kasmal jaye, naiye Ramdas sar. Sar, ਸਰੋਵਰ।
ਸੋ ਗੁਰੂ ਰਾਮਦਾਸ ਜੀ ਦੇ ਸਰੋਵਰ ਦੇ ਵਿੱਚ ਜਿੰਨਾ ਨਹਾਉਂਦੇ ਹਾਂ, ਇਸ਼ਨਾਨ ਕਰਦੇ ਹਾਂ ਸੱਚੇ ਦਿਲ ਦੇ ਨਾਲ, ਸੱਚੇ ਮਨੋਂ, ਸਤਿਗੁਰ ਨੂੰ ਹਾਜ਼ਰ ਨਾਜ਼ਰ ਜਾਣ ਕੇ, ਅਕਾਲ ਪੁਰਖ ਨੂੰ ਧਿਆ ਕੇ, ਹਰੇ ਹਾਂ ਓ ਲਾਰਡ ਕਸਮਲ, all the sins are washed away. So therefore, Ramdaspur is prosperous and thickly populated and incomparably beautiful. That is how ਪੰਜਵੇਂ ਪਾਤਸ਼ਾਹ ਨੇ ਅੰਮ੍ਰਿਤਸਰ ਸ਼ਹਿਰ ਦਾ ਵਰਣਨ ਕੀਤਾ ਹੈ। ਐਂਡ ਹਰੇ ਹਾਂ, ਰੱਬ ਨੂੰ ਧਿਆ ਕੇ ਕਹਿ ਰਹੇ ਨੇ, the fifth Nanak speaks, ਨਾਨਕ ਕਸਮਲ ਜਾਏ ਨਾਈਏ ਰਮਦਾਸਰ, you wash away all your sins. ਕਸਮਲ, ਜੇ ਤੁਸੀਂ ਰਮਦਾਸ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਹੋ। ਅੱਗੇ ਕਾਫੀ ਪ੍ਰਚਲਿਤ ਹੈ, ਸ਼ਬਦ ਆਉਂਦਾ ਹੈ, ਉਸ ਦੇ ਵਿੱਚ ਵੀ ਰਾਮਦਾਸ ਸਰੋਵਰ ਨਾਤੇ ਵਾਲੀ ਗੱਲ ਹੈ। ਲੇਕਿਨ ਇਹ ਵੀ ਜਿਹੜੀ ਤੁਕਾਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬੜਾ ਸਪਸ਼ਟ ਦੱਸਿਆ ਕਿ ਗੁਰੂ ਰਾਮਦਾਸ ਦਾ ਜਿਹੜਾ ਸਰੋਵਰ ਹੈ, ਉਸ ਦੇ ਵਿੱਚ ਨਹਾਉਣ ਦੇ ਨਾਲ, ਇਸ਼ਨਾਨ ਕਰਨ ਦੇ ਨਾਲ ਤੁਹਾਡੇ ਸਾਰੇ ਜਿਹੜੇ ਦੁਖੜੇ, ਦਲਿੱਦਰ, ਪਾਪ, ਰੋਗ ਉਹ ਦੂਰ ਹੋ ਜਾਂਦੇ ਨੇ। ਅੱਗੇ ਚੱਲ ਕੇ ਤੁਕਾਂ ਆਉਂਦੀਆਂ ਨੇ ਸੋਰਠ ਮਹੱਲੇ ਪੰਜਵੇਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਗ 625 ਦੇ ਵਿੱਚ ਰਾਮਦਾਸ ਸਰੋਵਰ ਨਾਤੇ, ਵੈਰੀ ਕਲੀਅਰ ਐਂਡ ਟਰਸ, ਸਭੇ ਉਤਰੇ ਪਾਪ ਕਮਾਤੇ, ਸਾਰੇ ਜਿੰਨੇ ਅਕਿਊਮੂਲੇਟਡ ਪਾਪ ਨੇ, ਸਿਨ ਨੇ, ਸਾਰੇ ਧੋਤੇ ਜਾਂਦੇ ਨੇ। ਕਿਵੇਂ? ਜੇ ਗੁਰੂ ਰਾਮਦਾਸ ਦੇ ਸਰੋਵਰ ਦੇ ਵਿੱਚ ਇਸ਼ਨਾਨ ਕਰੋ ਸੱਚੇ ਦਿਲ ਦੇ ਨਾਲ। ਨਿਰਮਲ ਹੋਏ ਕਰ ਇਸ਼ਨਾਨਾ, ਨਿਰਮਲ, ਮੈਲ ਤੋਂ ਪਰੇ ਹੋ ਜਾਂਦੇ ਹੋ, ਯੂ ਗੈਟ ਪਿਓਰੀਫਾਈਡ ਇਸ਼ਨਾਨ ਕਰਕੇ। ਨਿਰਮਲ ਹੋਏ ਕਰ ਇਸ਼ਨਾਨਾ, ਗੁਰ ਪੂਰੇ ਕੀਨੇ ਦਾਨਾ, this is what the true Guru Ramdas has bestowed, that is what his gift and bounty is. रामदास सरोवर नाते, सबे उतरे पाप कमाते, निर्मल होए कर इशनाना, गुर पूरे कीने दाना। रामदास सरोवर नाते, सबे उतरे पाप कमाते, निर्मल होए कर इशनाना, गुर पूरे कीने दाना। रामदास सरोवर नाते, सबे उतरे पाप कमाते। वाहिगुरु जी का खालसा, वाहिगुरु जी की फतेह।